ਪਿਆਰੇ ਵਿਦਿਆਰਥੀਓ, ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਮੈਂ ਗੁਰਮੇਲ ਸਿੰਘ ਸਾਗੂ, ਸਮਾਜਿਕ ਸਿੱਖਿਆ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਂ। ਅਤੇ ਬੱਚੋ, ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ 7ਵੀਂ ਜਮਾਤ ਦੇ ਸਮਾਜਿਕ ਸਿੱਖਿਆ ਦਾ ਪਾਠ ਨੰਬਰ 13, ਦਿੱਲੀ ਸਲਤਨਤ। ਤਾਂ ਬੱਚੋ, ਦਿੱਲੀ ਸਲਤਨਤ ਦਾ ਸ਼ਬਦ ਸਲਤਨਤ ਤੁਸੀਂ ਸ਼ਾਇਦ ਪਹਿਲੀ ਵਾਰ ਸੁਣਿਆ ਹੋਵੇ, ਇਸ ਲਈ ਇਸ ਦਾ ਅਰਥ ਤੁਹਾਨੂੰ ਮੈਂ ਦੱਸ ਦਿਆਂ। ਬੱਚੋ, ਸਲਤਨਤ ਸ਼ਬਦ ਅਰਬੀ ਭਾਸ਼ਾ ਤੋਂ ਆਇਆ ਹੈ ਅਤੇ ਇਹਦਾ ਅਰਥ ਹੁੰਦਾ ਹੈ ਸ਼ਾਸਨ ਜਾਂ ਰਾਜ, ਅਤੇ ਸੁਲਤਾਨ ਦਾ ਅਰਥ ਹੁੰਦਾ ਹੈ ਸ਼ਾਸਨ ਕਰਨ ਵਾਲਾ ਜਾਂ ਰਾਜ ਕਰਨ ਵਾਲਾ, ਜਿਹਨੂੰ ਆਪਾਂ ਸ਼ਾਸਕ ਜਾਂ ਰਾਜਾ ਕਹਿ ਸਕਦੇ ਹਾਂ। ਭਾਰਤ ਦੇ ਇਤਿਹਾਸ ਵਿੱਚ 1206 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਦੇ ਸਮੇਂ ਨੂੰ ਦਿੱਲੀ ਸਲਤਨਤ ਦਾ ਕਾਲ ਕਿਹਾ ਜਾਂਦਾ ਹੈ। ਇਸ ਕਾਲ ਦੇ ਦੌਰਾਨ ਭਾਰਤ ਵਿੱਚ ਲਗਭਗ 5 ਵੰਸ਼ਾਂ ਨੇ ਰਾਜ ਕੀਤਾ। ਸਭ ਤੋਂ ਪਹਿਲਾ ਵੰਸ਼ ਸੀ ਦਾਸ ਵੰਸ਼, ਜਿਹਨੂੰ ਤੁਰਕ ਵੀ ਕਹਿ ਦਿੰਦੇ ਹਨ। ਉਸ ਤੋਂ ਬਾਅਦ ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼ ਅਤੇ ਲੋਧੀ ਵੰਸ਼ ਨੇ ਵਾਰੀ-ਵਾਰੀ ਭਾਰਤ ਦੇ ਉੱਪਰ ਰਾਜ ਕੀਤਾ। ਇਸ ਸਮੇਂ ਦੇ ਕੁਝ ਪ੍ਰਸਿੱਧ ਸ਼ਾਸਕਾਂ ਦੇ ਨਾਂ ਜਾਂ ਸੁਲਤਾਨਾਂ ਦੇ ਨਾਂ ਇਸ ਤਰ੍ਹਾਂ ਹਨ: ਕੁਤਬੁਦੀਨ ਐਬਕ, ਇਲਤੁਤਮਿਸ਼, ਰਜ਼ੀਆ ਸੁਲਤਾਨ, ਬਲਬਨ, ਅਲਾਉਦੀਨ ਖਿਲਜੀ, ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਸਿਕੰਦਰ ਲੋਧੀ, ਇਬਰਾਹਿਮ ਲੋਧੀ, ਖਿਜ਼ਰ ਖਾਂ ਵਗੈਰਾ। ਤਾਂ ਬੱਚੋ, ਕਿਸੇ ਵੀ ਚੀਜ਼ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਸਾਨੂੰ ਉਸ ਦੇ ਸਰੋਤ ਦਾ ਪਤਾ ਹੋਣਾ ਚਾਹੀਦਾ ਹੈ। ਤਾਂ ਦਿੱਲੀ ਸਲਤਨਤ ਦੇ ਬਾਰੇ ਜੇ ਅਸੀਂ ਜਾਣਕਾਰੀ ਹਾਸਲ ਕਰਨੀ ਹੈ ਤਾਂ ਇਸ ਵਾਸਤੇ ਸਾਨੂੰ ਕੁਝ ਇਤਿਹਾਸਿਕ ਸਰੋਤਾਂ ਤੋਂ ਇਹ ਪਤਾ ਕਰਨਾ ਪੈਂਦਾ। ਸੋ ਉਹਨਾਂ ਸਰੋਤਾਂ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡੇ ਕੋਲ 3 ਤਰ੍ਹਾਂ ਦੇ ਇਤਿਹਾਸਿਕ ਸਰੋਤ ਹਨ ਜਿਸ ਤੋਂ ਸਾਨੂੰ ਦਿੱਲੀ ਸਲਤਨਤ ਦੇ ਬਾਰੇ ਜਾਣਕਾਰੀ ਮਿਲ ਸਕਦੀ ਹੈ। ਤਾਂ ਉਹਨਾਂ ਵਿੱਚ ਸਭ ਤੋਂ ਪਹਿਲੇ ਹਨ ਵਿਦੇਸ਼ੀ ਯਾਤਰੀਆਂ ਦੇ ਲੇਖ, ਫਿਰ ਦਰਬਾਰੀ ਬਿਰਤਾਂਤ ਔਰ ਇਤਿਹਾਸਿਕ ਇਮਾਰਤਾਂ। ਵਿਦੇਸ਼ੀ ਯਾਤਰੀਆਂ ਦੇ ਲੇਖਾਂ ਦੇ ਬਾਰੇ ਇਹ ਹੈ ਕਿ ਸਮੇਂ-ਸਮੇਂ 'ਤੇ ਵੱਖ-ਵੱਖ ਯਾਤਰੀ ਇੱਕ ਦੂਜੇ ਦੇਸ਼ਾਂ ਦੀ ਯਾਤਰਾ ਕਰਦੇ ਰਹੇ ਹਨ। ਤਾਂ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਵਿਦੇਸ਼ੀ ਪਹਿਲਾਂ ਯਾਤਰੀ ਬਣ ਕੇ ਆਏ, ਜਿਹੜੇ ਇੱਥੋਂ ਦੀ ਜਾਣਕਾਰੀ ਆਪਣੇ ਨਾਲ ਲੈ ਕੇ ਗਏ। ਉਹਨਾਂ ਦੇ ਵਿੱਚੋਂ ਮੋਰੱਕੋ ਤੋਂ ਆਇਆ ਹੋਇਆ ਪ੍ਰਸਿੱਧ ਯਾਤਰੀ ਇਬਨ ਬਤੂਤਾ ਅਤੇ ਮਾਰਕੋ ਪੋਲੋ, ਜੋ ਇਟਲੀ ਤੋਂ ਆਇਆ ਸੀ, ਐਸੇ ਯਾਤਰੀ ਸਨ ਜਿਨ੍ਹਾਂ ਨੇ ਇਸ ਕਾਲ ਦੇ ਦੌਰਾਨ ਭਾਰਤ ਦੀ ਯਾਤਰਾ ਕੀਤੀ। ਉਹਨਾਂ ਨੇ ਦਿੱਲੀ ਦੇ ਵੱਖ-ਵੱਖ ਸੁਲਤਾਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੇ ਰਾਜਕਾਲ ਦੇ ਭਿੰਨ-ਭਿੰਨ ਖੇਤਰਾਂ ਦੀ ਜਾਣਕਾਰੀ ਸੰਬੰਧੀ ਲੇਖ ਲਿਖੇ। ਉਸ ਤੋਂ ਅਗਲਾ ਸਾਡੇ ਕੋਲ ਹੈ ਸਰੋਤ ਦਰਬਾਰੀ ਬਿਰਤਾਂਤ। ਤਾਂ ਦਿੱਲੀ ਦੇ ਵੱਖ-ਵੱਖ ਸੁਲਤਾਨਾਂ ਦੇ ਦਰਬਾਰ ਬਾਰੇ ਜਾਂ ਉੱਥੋਂ ਦੀਆਂ ਪ੍ਰਮੁੱਖ ਘਟਨਾਵਾਂ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਸਾਨੂੰ ਉਸ ਵੇਲੇ ਦੇ ਸ਼ਾਹੀ ਜਾਂ ਦਰਬਾਰੀ ਬਿਰਤਾਂਤ ਸਾਡੀ ਬਹੁਤ ਸਹਾਇਤਾ ਕਰ ਸਕਦੇ ਹਨ। ਇਹਨਾਂ ਵਿੱਚੋਂ ਪ੍ਰਮੁੱਖ ਹਨ ਤੁਗਲਕਨਾਮਾ, ਤਾਰੀਖ-ਏ-ਇਲਾਹੀ, ਤਾਰੀਖ-ਏ-ਫਿਰੋਜ਼ਸ਼ਾਹੀ, ਫਤੂਹਾਤ-ਏ-ਫਿਰੋਜ਼ਸ਼ਾਹੀ, ਤਾਰੀਖ-ਏ-ਮੁਬਾਰਕ ਸ਼ਾਹੀ ਔਰ ਮਖਜ਼ਰੀ-ਏ-ਅਫਗਾਨ। ਇਸ ਤੋਂ ਬਾਅਦ ਸਾਡੇ ਕੋਲ ਇਤਿਹਾਸਿਕ ਇਮਾਰਤਾਂ ਹਨ ਜਿਹੜੀਆਂ ਅੱਜ ਵੀ ਬੁਲੰਦ ਰੂਪ ਵਿੱਚ ਸਾਡੇ ਸਾਹਮਣੇ ਖੜ੍ਹੀਆਂ ਹਨ। ਉਹ ਸਾਨੂੰ ਦਿੱਲੀ ਸਲਤਨਤ ਦੇ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਜਾਂ ਉਸ ਸਮੇਂ ਦੇ ਸੁਲਤਾਨਾਂ ਦੀਆਂ ਕਲਾਤਮਕ ਰੁਚੀਆਂ ਬਾਰੇ ਜਾਣਕਾਰੀ ਦਿੰਦੀਆਂ ਹਨ। ਇਹਨਾਂ ਇਮਾਰਤਾਂ ਵਿੱਚੋਂ ਪ੍ਰਸਿੱਧ ਹਨ ਕੁਤਬ ਮੀਨਾਰ, ਕੁਬੇਤ-ਉਲ-ਇਸਲਾਮ ਮਸਜਿਦ, ਅਲਾਈ ਦਰਵਾਜ਼ਾ, ਤੁਗਲਕਾਬਾਦ, ਹੌਜ਼ ਖਾਸ, ਲੋਧੀ ਗੁੰਬਦ ਅਤੇ ਫਿਰੋਜ਼ ਸ਼ਾਹ ਕੋਟਲਾ। ਸੋ ਇਹ 3 ਤਰ੍ਹਾਂ ਦੇ ਇਤਿਹਾਸਕ ਸਰੋਤ ਹਨ ਜਿਨ੍ਹਾਂ ਤੋਂ ਆਪਾਂ ਦਿੱਲੀ ਸਲਤਨਤ ਬਾਰੇ ਫਸਟ ਹੈਂਡ ਜਾਣਕਾਰੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਹਾਸਲ ਕਰ ਸਕਦੇ ਹਾਂ। ਤਾਂ ਬੱਚੋ, ਹੁਣ ਆਪਾਂ ਚੈੱਕ ਕਰ ਲਈਏ ਕਿ ਤੁਸੀਂ ਕੀ ਕੁਝ ਸਿੱਖਿਆ ਹੈ। ਤਾਂ ਕੁਝ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਤੁਸੀਂ। ਤਾਂ ਪਹਿਲਾ ਪ੍ਰਸ਼ਨ ਹੈ, ਦਿੱਲੀ ਸਲਤਨਤ ਦਾ ਸਮਾਂ ਕਾਲ ਦੱਸੋ। 1206 ਈਸਵੀ ਤੋਂ 1526 ਈਸਵੀ। ਦੂਸਰਾ ਪ੍ਰਸ਼ਨ, ਦਿੱਲੀ ਸਲਤਨਤ ਦੇ ਸ਼ਾਸਨ ਕਾਲ ਦੌਰਾਨ ਕਿੰਨੇ ਵੰਸ਼ਾਂ ਨੇ ਭਾਰਤ ਉੱਤੇ ਰਾਜ ਕੀਤਾ? ਕਿੰਨੇ ਵੰਸ਼ਾਂ ਨੇ? ਇਹਦਾ ਉੱਤਰ ਹੈ 5। ਤੀਸਰਾ ਪ੍ਰਸ਼ਨ, ਦਿੱਲੀ ਸਲਤਨਤ ਦੇ ਸ਼ਾਸਨ ਕਾਲ ਦੌਰਾਨ ਕਿਹੜੇ-ਕਿਹੜੇ ਵੰਸ਼ਾਂ ਨੇ ਰਾਜ ਕੀਤਾ? 5 ਜਿਹੜੇ ਦੱਸੇ ਆ ਤੁਸੀਂ, ਕਿਹੜੇ-ਕਿਹੜੇ ਵੰਸ਼ ਸੀ? ਉਹ ਵੰਸ਼ ਸੀ ਦਾਸ ਵੰਸ਼, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼ ਅਤੇ ਲੋਧੀ ਵੰਸ਼। ਅਗਲਾ ਪ੍ਰਸ਼ਨ, ਅਲਾਉਦੀਨ ਖਿਲਜੀ, ਮੁਹੰਮਦ ਬਿਨ ਤੁਗਲਕ,
ਇਲਤੁਤਮਿਸ਼, ਰਜ਼ੀਆ ਸੁਲਤਾਨ ਅਤੇ ਇਬਰਾਹਿਮ ਲੋਧੀ ਕਿਸ ਸਲਤਨਤ ਨਾਲ ਸੰਬੰਧਿਤ ਸਨ? ਤਾਂ ਜਿਵੇਂ ਆਪਾਂ ਪੜ੍ਹਿਆ ਸੀ, ਦਿੱਲੀ ਸਲਤਨਤ। ਅਗਲਾ ਪ੍ਰਸ਼ਨ, ਸੁਖਮਣੀ ਦਿੱਲੀ ਸਲਤਨਤ ਬਾਰੇ ਹੋਰ ਵਧੇਰੇ ਜਾਣਨਾ ਚਾਹੁੰਦੀ ਹੈ, ਉਹ ਕਿਹੜੇ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ? ਤਾਂ ਜਿਹੜੇ ਇਤਿਹਾਸਿਕ ਸਰੋਤ ਹੁਣੇ ਮੈਂ ਤੁਹਾਨੂੰ ਦੱਸ ਕੇ ਹਟਿਆ, ਵਿਦੇਸ਼ੀ ਯਾਤਰੀਆਂ ਦੇ ਲੇਖ, ਦਰਬਾਰੀ ਬਿਰਤਾਂਤ ਅਤੇ ਇਤਿਹਾਸਿਕ ਇਮਾਰਤਾਂ। ਇੱਕ ਹੋਰ ਐਕਸਰਸਾਈਜ਼, ਖਾਲੀ ਥਾਵਾਂ ਭਰੋ। ਨੰਬਰ 1, ਭਾਰਤ ਵਿੱਚ 1206 ਈਸਵੀ ਤੋਂ 1526 ਈਸਵੀ ਤੱਕ ਚੱਲੇ ਸ਼ਾਸਨ ਕਾਲ ਨੂੰ ਡੈਸ਼ ਕਿਹਾ ਜਾਂਦਾ ਹੈ? ਦਿੱਲੀ ਸਲਤਨਤ। ਦੂਸਰਾ, ਇਬਨ ਬਤੂਤਾ ਅਤੇ ਮਾਰਕੋ ਪੋਲੋ ਵਿਦੇਸ਼ੀ ਡੈਸ਼ ਸਨ? ਵਿਦੇਸ਼ੀ ਤਾਂ ਸਨ, ਇਹ ਨਾਲ ਕੀ ਸਨ ਉਹਦੇ? ਯਾਤਰੀ, ਵਿਦੇਸ਼ੀ ਯਾਤਰੀ ਸਨ। ਤੀਸਰਾ, ਇਬਨ ਬਤੂਤਾ ਡੈਸ਼ ਦੇਸ਼ ਨਾਲ ਸੰਬੰਧ ਰੱਖਦਾ ਸੀ? ਕਿੱਥੋਂ ਆਇਆ ਸੀ ਇਬਨ ਬਤੂਤਾ? ਮੋਰੱਕੋ। ਨੰਬਰ 4, ਸੁਲਤਾਨ ਸ਼ਬਦ ਦਾ ਅਰਥ ਹੈ ਡੈਸ਼? ਸੁਲਤਾਨ ਸ਼ਾਸਕ, ਆਪਾਂ ਇਸ ਨੂੰ ਰਾਜਾ ਵੀ ਕਹਿ ਸਕਦੇ ਹਾਂ। ਪੰਜਵਾਂ ਵਾਕ ਹੈ, ਸਲਤਨਤ ਅਤੇ ਸੁਲਤਾਨ ਸ਼ਬਦ ਡੈਸ਼ ਭਾਸ਼ਾ ਤੋਂ ਲਏ ਗਏ ਹਨ? ਕਿਹੜੀ ਭਾਸ਼ਾ ਤੋਂ ਲਏ ਆ ਦੋਨੋਂ ਸ਼ਬਦ? ਇਹ ਅਰਬੀ ਭਾਸ਼ਾ ਤੋਂ ਲਏ ਗਏ ਹਨ। ਹੁਣ ਆਪਾਂ ਅੱਗੇ ਵੱਧਦੇ ਹਾਂ। ਤਾਂ ਬੱਚਿਓ, ਆਪਾਂ ਹੁਣ ਇੱਕ ਇੱਕ ਕਰਕੇ ਸਾਰੇ ਵੰਸ਼ਾਂ ਦੇ ਬਾਰੇ ਜਾਣਕਾਰੀ ਲਵਾਂਗੇ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਵੰਸ਼ ਹੈ ਉਹ ਹੈ ਦਾਸ ਵੰਸ਼। ਦਾਸ ਵੰਸ਼ ਨੂੰ ਤੁਰਕ ਵੀ ਕਹਿ ਦਿੰਦੇ ਹਾਂ, ਕਿਉਂਕਿ ਇਹ ਤੁਰਕੀ ਤੋਂ ਇਸ ਵੰਸ਼ ਦੇ ਪੁਰਖੇ ਆਏ ਸਨ ਅਤੇ ਭਾਰਤ ਦੇ ਵਿੱਚ ਆ ਕੇ ਵਸ ਕੇ ਉਹਨਾਂ ਨੇ ਬਾਅਦ ਵਿੱਚ ਹੌਲੀ ਹੌਲੀ ਉਹਨਾਂ ਸ਼ਕਤੀ ਹਾਸਲ ਕਰ ਲਈ ਅਤੇ ਇੱਥੋਂ ਦੀ ਸੱਤਾ ਦੇ ਉੱਤੇ ਕਬਜ਼ਾ ਕਰ ਲਿਆ। ਤਾਂ ਇੱਥੋਂ ਦੇ ਪ੍ਰਸਿੱਧ ਸੁਲਤਾਨ ਜਿਹੜੇ ਉਸ ਸਮੇਂ ਦੇ ਹੋਏ ਨੇ, ਜਾਂ ਸ਼ਾਸਕ ਜਿਹੜੇ ਹੋਏ ਨੇ, ਉਹ ਹਨ ਕੁਤਬਦੀਨ ਐਬਕ, ਇਲਤੁਤਮਿਸ਼, ਰਜ਼ੀਆ ਸੁਲਤਾਨ ਅਤੇ ਗਿਆਸੁਦੀਨ ਬਲਬਨ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਸਾਰੇ ਸੁਲਤਾਨਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਤਾਂ ਸਭ ਤੋਂ ਪਹਿਲਾ ਸੁਲਤਾਨ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਕੁਤਬਦੀਨ ਐਬਕ। ਤਾਂ ਕੁਤਬਦੀਨ ਐਬਕ ਉਹ ਸੁਲਤਾਨ ਹੈ ਜਾਂ ਉਹ ਸ਼ਾਸਕ ਹੈ ਜਿਹਨੇ ਦਿੱਲੀ ਸਲਤਨਤ ਦੀ ਨੀਂਹ ਰੱਖੀ। ਉਹ ਹੀ ਭਾਰਤ ਦੇ ਵਿੱਚ ਤੁਰਕ ਰਾਜ ਦਾ ਅਸਲੀ ਸੰਸਥਾਪਕ ਸੀ। ਉਸਨੇ ਗਜ਼ਨੀ ਦੇ ਸ਼ਾਸਕ ਯਲਦੌਜ਼ ਦੇ ਪੰਜਾਬ ਉੱਪਰ ਹਮਲਿਆਂ ਨੂੰ ਰੋਕਣ ਲਈ ਦਿੱਲੀ 'ਤੇ ਕਬਜ਼ਾ ਕਰ ਲਿਆ ਸੀ। ਉਹਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਉਹ ਇੱਕ ਮਹਾਨ ਕਲਾ ਪ੍ਰੇਮੀ ਸੀ ਔਰ ਉਸ ਦੀ ਕਲਾ ਦਾ ਨਮੂਨਾ ਕੁਤਬ ਮੀਨਾਰ ਹੈ, ਜਿਹੜੀ ਕਿ ਦਿੱਲੀ ਵਿੱਚ ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਇੱਕ ਬਹੁਤ ਹੀ ਉੱਚੀ ਬਿਲਡਿੰਗ ਹੈ ਔਰ ਇਸ ਦੀ ਉਸਾਰੀ ਕੁਤਬਦੀਨ ਐਬਕ ਨੇ ਹੀ ਸ਼ੁਰੂ ਕਰਵਾਈ ਸੀ। ਇਹਦੇ ਨਾਲ ਨਾਲ ਉਸਨੇ ਦਿੱਲੀ ਅਤੇ ਅਜਮੇਰ ਵਿੱਚ ਮਸਜਿਦਾਂ ਵੀ ਬਣਵਾਈਆਂ ਸਨ। ਇਹਦੇ ਨਾਲ ਇੱਕ ਹੋਰ ਸ਼ਾਸਕ ਦਾ ਜ਼ਿਕਰ ਵੀ ਕੁਤਬਦੀਨ ਐਬਕ ਦੀ ਜੀਵਨੀ ਵਿੱਚ ਆਉਂਦਾ ਹੈ, ਜਿਸ ਦਾ ਨਾਂ ਸੀ ਨਸੀਰੂਦੀਨ ਕਬਾਚਾ। ਇਹ ਇੱਕ ਹਮਲਾਵਰ ਸੀ। ਇਹਨੇ ਮੁਲਤਾਨ ਅਤੇ ਸਿੰਧ ਦੇ ਉੱਤੇ ਅਧਿਕਾਰ ਕਰ ਲਿਆ ਸੀ ਔਰ ਫਿਰ ਉਹਦੀ ਕੁਤਬਦੀਨ ਐਬਕ ਨਾਲ ਦੋਸਤੀ ਹੋ ਗਈ ਅਤੇ ਉਸਨੇ ਕੁਤਬਦੀਨ ਐਬਕ ਦੀ ਭੈਣ ਨਾਲ ਸ਼ਾਦੀ ਵੀ ਕਰਵਾਈ ਸੀ। ਤਾਂ ਬੱਚੋ, ਕੁਤਬਦੀਨ ਐਬਕ 1210 ਈਸਵੀ ਵਿੱਚ ਘੋੜੇ ਤੋਂ ਡਿੱਗ ਕੇ ਮਰ ਗਿਆ ਸੀ। ਹੁਣ ਐਕਸਰਸਾਈਜ਼, ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾ, ਰਜ਼ੀਆ ਸੁਲਤਾਨ ਕਿਸ ਵੰਸ਼ ਨਾਲ ਸੰਬੰਧ ਰੱਖਦੀ ਸੀ? ਆਪਾਂ ਹੁਣੇ ਵੰਸ਼ ਦੀ ਗੱਲ ਕੀਤੀ ਸੀ, ਦਾਸ ਵੰਸ਼। ਦੂਸਰਾ ਪ੍ਰਸ਼ਨ, ਦਾਸ ਵੰਸ਼ ਦੇ ਕੁਝ ਪ੍ਰਸਿੱਧ ਸ਼ਾਸਕਾਂ ਦੇ ਨਾਂ ਦੱਸੋ? ਕੁਤਬਦੀਨ ਐਬਕ, ਇਲਤੁਤਮਿਸ਼, ਰਜ਼ੀਆ ਸੁਲਤਾਨ ਅਤੇ ਗਿਆਸੁਦੀਨ ਬਲਬਨ। ਨੰਬਰ 3, ਕੁਤਬ ਮੀਨਾਰ ਦਾ ਨਿਰਮਾਣ ਕਿਸ ਨੇ ਸ਼ੁਰੂ ਕਰਵਾਇਆ? ਕੁਤਬੁਦੀਨ ਐਬਕ ਨੇ। ਕੁਤਬੁਦੀਨ ਐਬਕ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ?
ਲਾਹੌਰ ਨੂੰ। ਪੰਜਵਾਂ ਪ੍ਰਸ਼ਨ, ਕੁਤਬੁੱਦੀਨ ਐਬਕ ਦੀ ਮੌਤ ਕਿਵੇਂ ਹੋਈ? ਘੋੜੇ ਤੋਂ ਡਿੱਗਣ ਕਾਰਨ। ਸਹੀ ਜਾਂ ਗਲਤ ਦੱਸੋ। ਤੁਹਾਡੀ ਸਕਰੀਨ ਦੇ ਉੱਤੇ ਕੁਝ ਵਾਕ ਆਉਣਗੇ, ਤੁਸੀਂ ਇਹ ਦੇਖਣਾ ਹੈ ਕਿ ਉਹ ਸਹੀ ਹਨ ਜਾਂ ਗਲਤ ਹਨ। ਤਾਂ ਪਹਿਲਾ ਵਾਕ ਹੈ, ਕੁਤਬੁੱਦੀਨ ਐਬਕ ਭਾਰਤ ਵਿੱਚ ਤੁਰਕ ਰਾਜ ਦਾ ਸੰਸਥਾਪਕ ਸੀ। ਸਹੀ ਹੈ ਜਾਂ ਗਲਤ ਹੈ? ਸਹੀ ਹੈ। ਇਹਨੂੰ ਆਪਾਂ ਤੁਰਕ ਰਾਜ ਦਾ ਸੰਸਥਾਪਕ ਵੀ ਕਹਿ ਸਕਦੇ ਹਾਂ, ਦਿੱਲੀ ਸਲਤਨਤ ਦਾ ਸੰਸਥਾਪਕ ਵੀ ਕਹਿ ਸਕਦੇ ਹਾਂ, ਅਤੇ ਦਾਸ ਵੰਸ਼ ਦਾ ਸੰਸਥਾਪਕ ਵੀ ਕਹਿ ਸਕਦੇ ਹਾਂ ਕੁਤਬੁੱਦੀਨ ਐਬਕ ਨੂੰ। ਦੂਸਰਾ ਵਾਕ, ਕੁਤਬੁੱਦੀਨ ਐਬਕ ਨੇ ਨਸੀਰੁੱਦੀਨ ਕਬਾਚਾ ਦੇ ਪੰਜਾਬ 'ਤੇ ਹਮਲੇ ਰੋਕਣ ਲਈ ਇਸ 'ਤੇ ਕਬਜ਼ਾ ਕਰ ਲਿਆ। ਗਲਤ। ਉਸਨੇ ਤਾਂ ਗਜ਼ਨੀ ਦੇ ਸ਼ਾਸਕ ਯਲਦੌਜ ਦੇ ਹਮਲਿਆਂ ਨੂੰ ਰੋਕਣ ਲਈ ਕਬਜ਼ਾ ਕੀਤਾ ਸੀ। ਤੀਸਰਾ ਵਾਕ, ਨਸੀਰੁੱਦੀਨ ਕਬਾਚਾ ਨੇ ਕੁਤਬੁੱਦੀਨ ਐਬਕ ਦੀ ਲੜਕੀ ਨਾਲ ਵਿਆਹ ਕਰਵਾਇਆ। ਗਲਤ। ਉਸਨੇ ਕੁਤਬੁੱਦੀਨ ਐਬਕ ਦੀ ਭੈਣ ਨਾਲ ਵਿਆਹ ਕਰਵਾਇਆ ਸੀ। ਨੰਬਰ 4, ਕੁਤਬੁੱਦੀਨ ਐਬਕ ਦੀ ਮੌਤ 1210 ਈਸਵੀ ਵਿੱਚ ਹੋਈ। ਸਹੀ ਉੱਤਰ। ਅਗਲਾ ਵਾਕ, ਕੁਤਬੁੱਦੀਨ ਐਬਕ ਨੇ ਦਿੱਲੀ ਅਤੇ ਅਜਮੇਰ ਵਿੱਚ ਮਸਜਿਦਾਂ ਦਾ ਨਿਰਮਾਣ ਕਰਵਾਇਆ। ਇਹ ਵਾਕ ਸਹੀ ਹੈ। ਹੁਣ ਆਪਾਂ ਇਸ ਤੋਂ ਅਗਲੇ ਸ਼ਾਸਕ ਬਾਰੇ ਜਾਣਕਾਰੀ ਲੈਂਦੇ ਹਾਂ, ਜਿਸ ਦਾ ਨਾਮ ਸੀ ਇਲਤੁਤਮਿਸ਼। ਬੱਚਿਓ, ਇਲਤੁਤਮਿਸ਼ ਕੁਤਬੁੱਦੀਨ ਐਬਕ ਦਾ ਦਾਸ ਸੀ। ਦਾਸ ਦਾ ਅਰਥ ਹੁੰਦਾ ਹੈ ਗੁਲਾਮ। ਪੁਰਾਣੇ ਸਮੇਂ ਵਿੱਚ ਹੋਰ ਚੀਜ਼ਾਂ ਦੇ ਨਾਲ ਨਾਲ ਇਨਸਾਨਾਂ ਦੀ ਖਰੀਦ ਵੇਚ ਵੀ ਕੀਤੀ ਜਾਂਦੀ ਸੀ, ਔਰ ਉਹਦੇ ਵਿੱਚ ਜਿਹੜਾ ਆਦਮੀ ਜਾਂ ਜਿਹੜਾ ਸ਼ਾਸਕ ਜਾਂ ਅਮੀਰ ਕਿਸੇ ਮਨੁੱਖ ਨੂੰ ਖਰੀਦ ਲੈਂਦਾ ਸੀ, ਉਹ ਉਹਦਾ ਮਾਲਕ ਬਣ ਜਾਂਦਾ ਸੀ, ਔਰ ਖਰੀਦੇ ਹੋਏ ਇਨਸਾਨ, ਜਿਸ ਨੂੰ ਦਾਸ ਕਿਹਾ ਜਾਂਦਾ ਸੀ, ਉਸਨੂੰ ਸਾਰੀ ਉਮਰ ਉਸ ਦੀ ਸੇਵਾ ਕਰਨੀ ਪੈਂਦੀ ਸੀ। ਤਾਂ ਜਿਵੇਂ ਆਪਾਂ ਮਾਰਕੀਟ ਵਿੱਚ ਕੋਈ ਚੀਜ਼ ਖਰੀਦਦੇ ਹਾਂ ਤਾਂ ਉਹ ਕੁਆਲਿਟੀ ਦੇ ਹਿਸਾਬ ਨਾਲ ਉਸਦੇ ਅਲੱਗ-ਅਲੱਗ ਰੇਟ ਹੁੰਦੇ ਹਨ। ਤਾਂ ਦਾਸ ਵੀ ਇਸੇ ਤਰ੍ਹਾਂ ਹੋਇਆ ਕਰਦੇ ਸਨ, ਔਰ ਦਾਸਾਂ ਦੀ ਇੱਕ ਖਾਸੀਅਤ ਇਹ ਹੁੰਦੀ ਸੀ ਕਿ ਉਹ ਜਿਹੜਾ ਮਾਲਕ ਉਹਨਾਂ ਨੂੰ ਖਰੀਦ ਲੈਂਦਾ ਸੀ, ਉਹ ਸਾਰੀ ਜ਼ਿੰਦਗੀ ਉਹਦੇ ਪ੍ਰਤੀ ਵਫਾਦਾਰ ਰਹਿੰਦੇ ਸਨ। ਇਲਤੁਤਮਿਸ਼ ਇੱਕ ਐਸਾ ਹੀ ਦਾਸ ਸੀ ਜਿਹੜਾ ਵਫਾਦਾਰ ਹੋਣ ਦੇ ਨਾਲ ਨਾਲ ਬਹੁਤ ਯੋਗ, ਬਹੁਤ ਬਹਾਦਰ ਯੋਧਾ ਵੀ ਸੀ। ਉਹਦੀ ਯੋਗਤਾ ਅਤੇ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਕੁਤਬੁੱਦੀਨ ਐਬਕ ਨੇ ਇਲਤੁਤਮਿਸ਼ ਨੂੰ ਅਮੀਰ ਸ਼ਿਕਾਰ ਦੇ ਪਦ ਦੇ ਉੱਤੇ ਨਿਯੁਕਤ ਕੀਤਾ। ਅਮੀਰ ਏ ਸ਼ਿਕਾਰ। ਉਸ ਤੋਂ ਬਾਅਦ ਉਹਨੇ ਆਪਣੀ ਲੜਕੀ ਨਾਲ ਇਲਤੁਤਮਿਸ਼ ਦਾ ਵਿਆਹ ਵੀ ਕੀਤਾ, ਅਤੇ ਇਸ ਤਰ੍ਹਾਂ ਇਲਤੁਤਮਿਸ਼ ਜਿਹੜਾ ਦਾਸ ਸੀ ਕੁਤਬੁੱਦੀਨ ਐਬਕ ਦਾ, ਉਹ ਆਪਣੀ ਯੋਗਤਾ ਅਤੇ ਬਹਾਦਰੀ ਦੇ ਕਾਰਨ ਉਸ ਦਾ ਜਵਾਈ ਬਣ ਗਿਆ। ਕੁਤਬੁੱਦੀਨ ਐਬਕ ਦੀ ਜਦੋਂ ਮੌਤ ਹੋਈ ਤਾਂ ਉਸ ਤੋਂ ਬਾਅਦ ਉਸ ਦਾ ਪੁੱਤਰ ਆਰਾਮ ਸ਼ਾਹ ਦਿੱਲੀ ਸਲਤਨਤ ਦਾ ਸ਼ਾਸਕ ਬਣਿਆ। ਪਰ ਆਰਾਮ ਸ਼ਾਹ ਇੱਕ ਨਿਕੰਮਾ ਸੁਲਤਾਨ ਸੀ, ਅਯੋਗ ਸੀ। ਇਸ ਵਜ੍ਹਾ ਕਰਕੇ ਇਲਤੁਤਮਿਸ਼ ਨੇ ਆਰਾਮ ਸ਼ਾਹ ਨੂੰ ਗ੍ਰਿਫਤਾਰ ਕਰ ਲਿਆ, ਕੈਦ ਵਿੱਚ ਰੱਖਿਆ। ਉਸ ਤੋਂ ਬਾਅਦ ਉਹਨੇ ਉਸ ਨੂੰ ਮਾਰ ਕੇ ਦਿੱਲੀ ਸਲਤਨਤ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਖੁਦ ਦਿੱਲੀ ਦਾ ਸੁਲਤਾਨ ਬਣ ਗਿਆ। ਉਸਨੇ ਦਿੱਲੀ ਸਲਤਨਤ ਨੂੰ ਮਜ਼ਬੂਤ ਕਰਨ ਲਈ ਅਮੀਰਾਂ ਦੇ ਉੱਪਰ ਵੀ ਕਾਬੂ ਪਾਇਆ ਜੋ ਦਿੱਲੀ ਸਲਤਨਤ ਦੇ ਵਿਰੁੱਧ ਸਨ, ਕਿਉਂਕਿ ਆਰਾਮ ਸ਼ਾਹ ਦੇ ਕਾਰਜਕਾਲ ਦੌਰਾਨ ਉਸ ਸਮੇਂ ਦੇ ਅਮੀਰ ਨਿਰੰਕੁਸ਼ ਹੋ ਗਏ ਸਨ ਅਤੇ ਉਹ ਦਿੱਲੀ ਸਲਤਨਤ ਦੇ ਕਾਰਜਕਾਲ ਵਿੱਚ ਵੀ ਦਖਲ ਦੇਣ ਲੱਗ ਪਏ ਸਨ। ਇਸ ਵਜ੍ਹਾ ਕਰਕੇ ਉਹਨਾਂ ਉੱਪਰ ਕਾਬੂ ਪਾਉਣਾ ਵੀ ਜ਼ਰੂਰੀ ਸੀ। ਉਹਨਾਂ ਤੋਂ ਇਲਾਵਾ ਇਲਤੁਤਮਿਸ਼ ਨੇ ਗਜ਼ਨੀ ਦੇ ਤਾਜੁਦੀਨ ਯਲਦੌਜ ਅਤੇ ਮੁਲਤਾਨ ਦੇ ਨਸੀਰੁੱਦੀਨ ਕਬਾਚਾ ਨੂੰ ਵੀ ਹਰਾਇਆ। ਉਸਨੇ ਰਣਥੰਭੌਰ, ਗਵਾਲੀਅਰ ਅਤੇ ਉਜੈਨ ਆਦਿ ਵਰਗੇ ਰਾਜਪੂਤਾਂ ਦੇ ਕਿਲ੍ਹਿਆਂ 'ਤੇ ਅਧਿਕਾਰ ਵੀ ਕੀਤਾ। ਉਸਨੇ ਆਪਣੇ ਵਿਰੁੱਧ ਬੰਗਾਲ ਦੇ ਵਿਦਰੋਹ ਨੂੰ ਵੀ ਕੁਚਲਿਆ ਅਤੇ ਬੰਗਾਲ ਦੇ ਉੱਪਰ ਦੁਬਾਰਾ ਕਬਜ਼ਾ ਕਰ ਲਿਆ। ਉਸ ਸਮੇਂ ਭਾਰਤ ਦੇ ਉੱਪਰ ਚੰਗੇਜ਼ ਖਾਂ ਦੇ ਹਮਲੇ ਵੀ ਹੋ ਰਹੇ ਸਨ। ਚੰਗੇਜ਼ ਖਾਂ ਜੋ ਕਿ ਇੱਕ ਮੰਗੋਲ ਸੀ ਔਰ ਇੱਕ ਬਹੁਤ ਹੀ ਜ਼ਾਲਮ ਰਾਜੇ ਦੇ ਤੌਰ 'ਤੇ ਦੁਨੀਆ ਭਰ ਵਿੱਚ ਉਹ ਪ੍ਰਸਿੱਧ ਜਾਂ ਬਦਨਾਮ ਹੈ, ਤਾਂ ਉਸ ਦੇ ਹਮਲਿਆਂ ਤੋਂ ਵੀ ਇਲਤੁਤਮਿਸ਼ ਨੇ ਭਾਰਤ ਦੀ ਰੱਖਿਆ ਕੀਤੀ
ਔਰ ਉਸਨੇ ਚੰਗੇਜ਼ ਖਾਨ ਦੀ ਫੌਜ ਨੂੰ ਹਰਾ ਕੇ ਭਾਰਤ ਨੂੰ ਮੰਗੋਲ ਹਮਲੇ ਤੋਂ ਬਚਾਇਆ। ਇਹ ਘਟਨਾ ਹੈ 1221 ਜਾਂ 1221 ਈਸਵੀ ਦੀ। ਇਲਤੁਤਮਿਸ਼ ਨੇ ਆਪਣੇ ਰਾਜ ਦਾ ਸ਼ਾਸਨ ਪ੍ਰਬੰਧ ਵਧੀਆ ਤਰੀਕੇ ਨਾਲ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ ਹੋਈ ਸੀ, ਯਾਨੀ 40 ਅਮੀਰਾਂ ਦੀ ਇੱਕ ਸਭਾ ਬਣਾਈ ਹੋਈ ਸੀ, ਜਿਸ ਤਰ੍ਹਾਂ ਮੰਤਰੀ ਮੰਡਲ ਹੁੰਦਾ ਹੈ। ਤਾਂ ਉਸ ਦੀ ਇਸ ਸਭਾ ਨੂੰ ਚਾਲੀਸਾ ਕਿਹਾ ਜਾਂਦਾ ਹੈ। ਹੁਣ ਆਪਾਂ ਥੋੜ੍ਹੀ ਐਕਸਰਸਾਈਜ਼ ਕਰ ਲਈਏ ਕਿ ਅਸੀਂ ਇਲਤੁਤਮਿਸ਼ ਬਾਰੇ ਕੀ ਕੁਝ ਸਿੱਖਿਆ ਹੈ। ਤਾਂ ਪਹਿਲੀ ਐਕਸਰਸਾਈਜ਼ ਆਪਣੀ ਸਹੀ ਜਾਂ ਗਲਤ ਦੱਸੋ। ਤਾਂ ਇਹਦੇ ਵਿੱਚ ਉਵੇਂ ਜਿਵੇਂ ਵਾਕ ਤੁਹਾਡੇ ਸਾਹਮਣੇ ਆਵੇਗਾ ਸਕਰੀਨ ਤੇ, ਤੁਸੀਂ ਦੱਸਣਾ ਹੈ ਕਿ ਉਹ ਠੀਕ ਹੈ ਕਿ ਗਲਤ ਹੈ। ਪਹਿਲਾ ਸੈਂਟੈਂਸ ਹੈ, ਇਲਤੁਤਮਿਸ਼ ਕੁਤਬ-ਉਦ-ਦੀਨ ਐਬਕ ਦਾ ਪੁੱਤਰ ਸੀ। ਇਲਤੁਤਮਿਸ਼ ਕੁਤਬ-ਉਦ-ਦੀਨ ਐਬਕ ਦਾ ਪੁੱਤਰ ਸੀ। ਸਹੀ ਹੈ ਜਾਂ ਗਲਤ ਹੈ? ਗਲਤ ਹੈ, ਕਿਉਂਕਿ ਇਲਤੁਤਮਿਸ਼ ਕੁਤਬ-ਉਦ-ਦੀਨ ਐਬਕ ਦਾ ਦਾਸ ਸੀ। ਬਾਅਦ ਵਿੱਚ ਉਹਦਾ ਜਵਾਈ ਜ਼ਰੂਰ ਬਣ ਗਿਆ ਸੀ। ਅਗਲਾ ਵਾਕ ਹੈ, ਕੁਤਬ-ਉਦ-ਦੀਨ ਐਬਕ ਨੇ ਇਲਤੁਤਮਿਸ਼ ਨੂੰ ਅਮੀਰ-ਏ-ਸ਼ਿਕਾਰ ਦੇ ਅਹੁਦੇ 'ਤੇ ਨਿਯੁਕਤ ਕੀਤਾ। ਅਮੀਰ-ਏ-ਸ਼ਿਕਾਰ ਬਿਲਕੁਲ ਸਹੀ। ਤੀਸਰਾ ਵਾਕ, ਕੁਤਬ-ਉਦ-ਦੀਨ ਐਬਕ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਆਰਾਮ ਸ਼ਾਹ ਦਿੱਲੀ ਸਲਤਨਤ ਦਾ ਸੁਲਤਾਨ ਬਣਿਆ। ਸਹੀ। ਚੌਥਾ ਵਾਕ, ਇਲਤੁਤਮਿਸ਼ ਨੇ ਆਰਾਮ ਸ਼ਾਹ ਨੂੰ ਕੈਦ ਕਰਕੇ ਬਾਅਦ ਵਿੱਚ ਰਿਹਾ ਕਰ ਦਿੱਤਾ। ਇਲਤੁਤਮਿਸ਼ ਨੇ ਆਰਾਮ ਸ਼ਾਹ ਨੂੰ ਕੈਦ ਕਰਕੇ ਬਾਅਦ ਵਿੱਚ ਰਿਹਾ ਕਰ ਦਿੱਤਾ। ਸਹੀ ਹੈ ਜਾਂ ਗਲਤ ਹੈ? ਗਲਤ ਹੈ, ਕਿਉਂਕਿ ਇਲਤੁਤਮਿਸ਼ ਨੇ ਉਹਨੂੰ ਰਿਹਾ ਨਹੀਂ ਸੀ ਕੀਤਾ, ਉਸਨੂੰ ਕਤਲ ਕਰ ਦਿੱਤਾ ਸੀ। ਅਗਲਾ ਵਾਕ, ਇਲਤੁਤਮਿਸ਼ 1211 ਈਸਵੀ ਵਿੱਚ ਦਿੱਲੀ ਦਾ ਸੁਲਤਾਨ ਬਣਿਆ। ਸਹੀ। ਅਗਲਾ ਵਾਕ, ਇਲਤੁਤਮਿਸ਼ ਨੇ 1221 ਈਸਵੀ ਵਿੱਚ ਚੰਗੇਜ਼ ਖਾਨ ਦੇ ਹਮਲੇ ਤੋਂ ਭਾਰਤ ਨੂੰ ਬਚਾਇਆ। ਚੰਗੇਜ਼ ਖਾਨ ਮੰਗੋਲ। ਸਹੀ। ਤਾਂ ਇਲਤੁਤਮਿਸ਼ ਨੇ 1221 ਈਸਵੀ ਵਿੱਚ ਚੰਗੇਜ਼ ਖਾਨ ਦੇ ਹਮਲੇ ਤੋਂ ਭਾਰਤ ਨੂੰ ਬਚਾਇਆ। ਅਗਲੀ ਐਕਸਰਸਾਈਜ਼ ਹੈ, ਖਾਲੀ ਥਾਵਾਂ ਭਰੋ। ਪਹਿਲਾ ਵਾਕ ਹੈ, ਇਲਤੁਤਮਿਸ਼ ਕੁਤਬ-ਉਦ-ਦੀਨ ਐਬਕ ਦਾ ਡੈਸ਼ ਸੀ। ਇਲਤੁਤਮਿਸ਼ ਕੁਤਬ-ਉਦ-ਦੀਨ ਐਬਕ ਦਾ ਕੀ ਸੀ? ਦਾਸ ਸੀ। ਦੂਸਰਾ ਵਾਕ, ਇਲਤੁਤਮਿਸ਼ 1211 ਈਸਵੀ ਵਿੱਚ ਦਿੱਲੀ ਦਾ ਸੁਲਤਾਨ ਬਣਿਆ। ਤੀਸਰਾ ਵਾਕ ਹੈ, ਕੁਤਬ-ਉਦ-ਦੀਨ ਐਬਕ ਦਾ ਪੁੱਤਰ ਆਰਾਮ ਸ਼ਾਹ ਇੱਕ ਡੈਸ਼ ਸ਼ਾਸਕ ਸੀ। ਕੁਤਬ-ਉਦ-ਦੀਨ ਐਬਕ ਦਾ ਪੁੱਤਰ ਆਰਾਮ ਸ਼ਾਹ ਇੱਕ ਡੈਸ਼ ਸ਼ਾਸਕ ਸੀ। ਆਰਾਮ ਸ਼ਾਹ ਕਿਹੋ ਜਿਹਾ ਸ਼ਾਸਕ ਸੀ? ਨਿਕੰਮਾ ਸ਼ਾਸਕ ਸੀ। ਬੱਚੇ, ਇਹਦੇ ਉੱਤਰ ਨੂੰ ਯਾਦ ਕਰਨ ਵਾਸਤੇ ਤੁਸੀਂ ਇੱਕ ਚੀਜ਼, ਮਤਲਬ ਉਹਦਾ ਨਾਮ ਜਿਵੇਂ ਆਰਾਮ ਸ਼ਾਹ, ਤਾਂ ਜਿਹੜਾ ਸ਼ਾਸਕ ਜਾਂ ਬਾਦਸ਼ਾਹ ਆਰਾਮ ਹੀ ਕਰਦਾ ਰਹਿੰਦਾ, ਇਹਦਾ ਮਤਲਬ ਉਹ ਕੰਮ ਨਹੀਂ ਕਰਦਾ, ਹੈ ਨਾ। ਇਸ ਕਰਕੇ ਉਹ ਨਿਕੰਮਾ ਸ਼ਾਸਕ ਸੀ। ਨੰਬਰ 4, ਇਲਤੁਤਮਿਸ਼ ਨੇ ਦਿੱਲੀ ਸਲਤਨਤ ਨੂੰ ਮਜ਼ਬੂਤ ਕਰਨ ਲਈ ਡੈਸ਼ 'ਤੇ ਕਾਬੂ ਪਾਇਆ ਹੈ। ਦਿੱਲੀ ਸਲਤਨਤ ਨੂੰ ਮਜ਼ਬੂਤ ਕਰਨ ਲਈ ਕਿਸ 'ਤੇ ਕਾਬੂ ਪਾਇਆ ਸੀ? ਅਮੀਰਾਂ 'ਤੇ ਕਾਬੂ ਪਾਇਆ, ਕਿਉਂਕਿ ਉਸ ਸਮੇਂ ਆਰਾਮ ਸ਼ਾਹ ਦੇ ਕਾਰਜਕਾਲ ਦੌਰਾਨ ਜਿਹੜੇ ਅਮੀਰ ਸੀ ਉਹ ਨਿਰੰਕੁਸ਼ ਹੋ ਗਏ ਸੀ ਅਤੇ ਦਿੱਲੀ ਸਲਤਨਤ ਦੇ ਕੰਮਾਂ ਕਾਰਾਂ ਵਿੱਚ ਦਖਲ ਦੇਣ ਲੱਗ ਪਏ ਸੀ। ਤਾਂ ਇਲਤੁਤਮਿਸ਼ ਨੇ ਸਭ ਤੋਂ ਪਹਿਲਾਂ ਉਹਨਾਂ 'ਤੇ ਹੀ ਕਾਬੂ ਪਾਇਆ ਸੀ, ਅਮੀਰਾਂ 'ਤੇ ਕਾਬੂ ਪਾਇਆ। ਨੰਬਰ 5, ਇਲਤੁਤਮਿਸ਼ ਨੇ ਗਜ਼ਨੀ ਦੇ ਤਾਜੁਦੀਨ ਡੈਸ਼ ਅਤੇ ਮੁਲਤਾਨ ਦੇ ਡੈਸ਼ ਨੂੰ ਹਰਾਇਆ। ਤਾਂ ਦੋ ਸ਼ਾਸਕਾਂ ਦੇ ਨਾਮ ਤੁਸੀਂ ਸੁਣੇ ਹੋਣਗੇ। ਪਹਿਲਾ ਸੀਗਾ ਗਜ਼ਨੀ ਦਾ ਤਾਜੁਦੀਨ ਯਲਦੌਜ, ਯਈਆ ਲੱਲਾ ਦੱਦੇ ਨੂੰ ਕਨੌੜਾ ਜੱਜਾ, ਯਲਦੌਜ, ਅਤੇ ਮੁਲਤਾਨ ਦੇ ਡੈਸ਼ ਨੂੰ ਹਰਾਇਆ। ਮੁਲਤਾਨ ਦੇ ਸ਼ਾਸਕ ਦਾ ਨਾਮ ਕੀ ਸੀ? ਨਸੀਰੁਦੀਨ ਕਬਾਚਾ। ਇਹ ਉਹੀ ਨਸੀਰੁਦੀਨ ਕਬਾਚਾ ਸੀ ਜਿਸਨੇ ਕੁਤਬ-ਉਦ-ਦੀਨ ਐਬਕ ਦੀ ਭੈਣ ਨਾਲ ਵਿਆਹ ਕਰਵਾਇਆ ਸੀ। ਸ਼ਾਸਕਾਂ ਦੇ ਰਿਸ਼ਤੇ ਬੱਚੋ ਇਸ ਤਰ੍ਹਾਂ ਬਦਲਦੇ ਹੀ ਰਹੇ ਆ, ਕਦੇ ਰਿਸ਼ਤੇਦਾਰੀਆਂ 'ਚ ਵੜ ਜਾਂਦੇ ਸੀ, ਕਦੇ ਦੁਸ਼ਮਣੀ 'ਚ ਵੜ ਜਾਂਦੇ ਸੀ। ਸੋ ਇਸ 'ਤੇ ਹੈਰਾਨ ਹੋਣ ਦੀ ਗੱਲ ਨਹੀਂ ਹੈ। ਅਗਲਾ ਵਾਕ ਹੈ ਆਪਣੇ ਕੋਲੇ, ਇਲਤੁਤਮਿਸ਼ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ, ਜਿਨ੍ਹਾਂ ਨੂੰ ਡੈਸ਼ ਕਿਹਾ ਜਾਂਦਾ ਹੈ। 40 ਅਮੀਰਾਂ ਦੀ ਨਿਯੁਕਤੀ ਕੀਤੀ। 40 ਨੂੰ ਤੁਹਾਨੂੰ ਮੈਂ ਹਿੰਟ ਦੇ ਦਿਆਂ,
40 ਨੂੰ ਹਿੰਦੀ 'ਚ ਕੀ ਕਹਿੰਦੇ ਨੇ? 40 ਹੈ ਨਾ। ਤਾਂ ਇੱਥੇ ਕੀ ਆਊਗਾ? 40 ਤਾਂ ਇਲਤੁਤਮਿਸ਼ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ, ਜਿਨ੍ਹਾਂ ਨੂੰ 40 ਕਿਹਾ ਜਾਂਦਾ ਹੈ। ਹੁਣ ਆਪਾਂ ਇਸ ਤੋਂ ਅੱਗੇ ਵੱਧਦੇ ਹਾਂ। ਇਸ ਤੋਂ ਅਗਲੀ ਸ਼ਾਸਕ ਸੀ ਰਜ਼ੀਆ ਸੁਲਤਾਨ। ਤਾਂ ਬੱਚੋ, ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ, ਜੋ ਕਿ ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਦਿੱਲੀ ਸਲਤਨਤ ਦੀ ਸ਼ਾਸਕ ਬਣੀ। ਤਾਂ ਇਸਨੇ 1236 ਈਸਵੀ ਵਿੱਚ ਜਿਹੜਾ ਰਾਜਕਾਲ ਸੰਭਾਲਿਆ ਸੀ, ਪਰ ਬਹੁਤਾ ਲੰਬਾ ਸਮਾਂ ਇਹਦਾ ਰਾਜ ਨਹੀਂ ਚੱਲਿਆ। 1240 ਈਸਵੀ ਵਿੱਚ ਇਹਦਾ ਰਾਜਕਾਲ ਜਿਹੜਾ ਉਹ ਖਤਮ ਹੋ ਗਿਆ ਸੀ। ਸਿਰਫ 4 ਸਾਲ ਰਾਜ ਕਰਨ ਦਾ ਮੌਕਾ ਮਿਲਿਆ। ਇਹਨਾਂ 4 ਸਾਲਾਂ ਦੇ ਵਿੱਚ ਹੀ ਰਜ਼ੀਆ ਸੁਲਤਾਨ ਨੇ ਪ੍ਰਾਦੇਸ਼ਿਕ ਗਵਰਨਰਾਂ ਦੇ ਵਿਦਰੋਹਾਂ ਨੂੰ ਕੁਚਲਿਆ ਪਹਿਲਾਂ ਤਾਂ, ਕਿਉਂਕਿ ਇਹ ਤੁਹਾਨੂੰ ਇਹਦੇ ਨਾਲ ਨਾਲ ਮੈਂ ਯਾਦ ਕਰਵਾ ਦਿਆਂ ਕਿ ਆਮ ਤੌਰ 'ਤੇ ਇਹ ਹੁੰਦਾ ਕਿ ਜਿਹੜੇ ਸ਼ਾਸਕ ਹੁੰਦੇ ਆ ਜਾਂ ਰਾਜੇ ਹੁੰਦੇ ਸੀ, ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਦਸ਼ਾਹ ਬਣਿਆ ਕਰਦੇ ਸਨ। ਪਰ ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਕੋਈ ਯੋਗ ਸ਼ਾਸਕ ਨਾ ਹੋਣ ਕਰਕੇ ਰਜ਼ੀਆ ਸੁਲਤਾਨ ਨੂੰ ਇਹ ਪਦਵੀ ਸੰਭਾਲਣੀ ਪਈ। ਪਰ ਉਹਦੇ ਪਦਵੀ ਇਲਤੁਤਮਿਸ਼ ਦੀ ਮੌਤ ਹੋਣ ਤੇ ਰਜ਼ੀਆ ਸੁਲਤਾਨ ਦੇ ਪਦਵੀ ਸੰਭਾਲਣ ਦੇ ਸਮੇਂ ਵਿੱਚ ਜਿਹੜਾ ਗੈਪ ਪੈ ਗਿਆ, ਉਸ ਵਜ੍ਹਾ ਵਿੱਚ ਜਿਹੜੇ ਪ੍ਰਦੇਸ਼ ਸੀ ਛੋਟੇ ਛੋਟੇ, ਕਿਉਂਕਿ ਦਿੱਲੀ ਸਲਤਨਤ ਦਾ ਇੱਕ ਵੱਡਾ ਰਾਜ ਸੀ, ਉਹਦੇ ਵਿੱਚ ਜਿਹੜੇ ਛੋਟੇ ਪ੍ਰਦੇਸ਼ ਸੀ ਉਹਨਾਂ ਦੇ ਜਿਹੜੇ ਗਵਰਨਰ ਸਨ ਜਾਂ ਉੱਥੋਂ ਦੇ ਛੋਟੇ ਰਾਜੇ ਕਹਿ ਲਈਏ ਜਾਂ ਛੋਟੇ ਸ਼ਾਸਕ ਸੀਗੇ, ਉਹਨਾਂ ਨੇ ਵਿਦਰੋਹ ਕਰਨੇ ਸ਼ੁਰੂ ਕਰ ਦਿੱਤੇ ਸੀ। ਤਾਂ ਰਜ਼ੀਆ ਸੁਲਤਾਨ ਨੇ ਸਭ ਤੋਂ ਪਹਿਲਾ ਕੰਮ ਇਹੀ ਕੀਤਾ ਕਿ ਉਹਨੇ ਪ੍ਰਾਦੇਸ਼ਿਕ ਗਵਰਨਰਾਂ ਦੇ ਵਿਦਰੋਹਾਂ ਨੂੰ ਕੁਚਲਿਆ, ਤਾਂ ਕਿ ਉਹ ਆਪਣਾ ਰਾਜਕਾਲ ਆਰਾਮ ਨਾਲ ਜਾਂ ਸਹੀ ਤਰੀਕੇ ਨਾਲ ਚਲਾ ਸਕੇ। ਪਰ ਇਸ ਦੇ ਬਾਵਜੂਦ ਵੀ ਜਿਹੜੇ ਅਮੀਰ ਸੀ ਅਤੇ ਫੌਜ ਦੇ ਅਧਿਕਾਰੀ ਸੀ, ਕਿਉਂਕਿ ਇਲਤੁਤਮਿਸ਼ ਨੇ ਅਮੀਰਾਂ ਦਾ ਇੱਕ 40 ਬਣਾਇਆ ਸੀ ਜਿਹੜੇ ਸ਼ਾਸਨ ਕਾਲ ਦੇ ਵਿੱਚ ਉਹਦੀ ਮਦਦ ਕਰਦੇ ਸਨ, ਪਰ ਉਹੀ ਅਮੀਰ ਅਤੇ ਜਿਹੜੇ ਫੌਜ ਦੇ ਅਧਿਕਾਰੀ ਉਹਨਾਂ ਲਈ ਕੰਮ ਕਰਦੇ ਸਨ, ਉਹ ਰਜ਼ੀਆ ਸੁਲਤਾਨ ਦੇ ਵਿਰੋਧੀ ਬਣ ਗਏ। ਉਹਨਾਂ ਦਾ ਵਿਰੋਧ ਕਰਨ ਦੀ ਵਜ੍ਹਾ ਇਹ ਸੀ ਕਿ ਉਹ ਲੋਕ ਮਰਦ ਪ੍ਰਧਾਨ ਸੋਚ ਦੇ ਮਾਲਕ ਸਨ। ਉਹ ਇੱਕ ਔਰਤ ਦੇ ਨੀਚੇ ਕੰਮ ਕਰਨਾ ਪਸੰਦ ਨਹੀਂ ਸੀ ਕਰਦੇ। ਉਹਨਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਕਿ ਇੱਕ ਔਰਤ ਤਖਤ ਦੇ ਉੱਤੇ ਬੈਠ ਕੇ ਉਹਨਾਂ ਨੂੰ ਹੁਕਮ ਦੇਵੇ ਅਤੇ ਉਹ ਉਹਦੇ ਅੱਗੇ ਸਿਰ ਝੁਕਾਉਣ ਅਤੇ ਉਹਦੇ ਹਰ ਹੁਕਮ ਦੀ ਪਾਲਣਾ ਕਰਨ। ਇਸ ਵਜ੍ਹਾ ਕਰਕੇ ਇਹਨਾਂ ਅਮੀਰਾਂ ਅਤੇ ਫੌਜੀ ਅਧਿਕਾਰੀਆਂ ਨੇ ਉਸ ਦੀ ਪੈਰ 'ਤੇ ਵਿਰੋਧ ਕੀਤਾ, ਔਰ ਇਸੇ ਵਜ੍ਹਾ ਕਰਕੇ ਉਹਨਾਂ ਨੇ 1240 ਈਸਵੀ ਵਿੱਚ ਰਜ਼ੀਆ ਸੁਲਤਾਨ ਨੂੰ ਮਾਰ ਦਿੱਤਾ। ਰਜ਼ੀਆ ਸੁਲਤਾਨ ਤੋਂ ਬਾਅਦ ਕੁਝ ਹੋਰ ਵੀ ਜਿਹੜੇ ਸ਼ਾਸਕ ਛੋਟੇ ਛੋਟੇ ਟਾਈਮ ਟੂ ਟਾਈਮ ਸੱਤਾ ਵਿੱਚ ਆਏ, ਉਹ ਸਨ ਬਹਿਰਾਮ ਸ਼ਾਹ, ਅਲਾਉਦੀਨ ਮਸੂਦ ਸ਼ਾਹ, ਨਸੀਰੁਦੀਨ। ਪਰ ਇਹ ਸ਼ਾਸਕ ਬਹੁਤੇ ਮਜ਼ਬੂਤ ਸਿੱਧ ਨਹੀਂ ਹੋਏ, ਇਸ ਕਰਕੇ ਇਹਨਾਂ ਦਾ ਜ਼ਿਆਦਾ ਵੇਰਵਾ ਆਪਾਂ ਨੂੰ ਨਹੀਂ ਮਿਲਦਾ। ਹੁਣ ਆਪਾਂ ਟੈਸਟ ਕਰ ਲਈਏ। ਸਭ ਤੋਂ ਪਹਿਲਾਂ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾ ਪ੍ਰਸ਼ਨ ਹੈ, ਰਜ਼ੀਆ ਸੁਲਤਾਨ ਕਿਸ ਦੀ ਪੁੱਤਰੀ ਸੀ? ਰਜ਼ੀਆ ਸੁਲਤਾਨ ਕਿਸ ਦੀ ਪੁੱਤਰੀ ਸੀ? ਉੱਤਰ, ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ। ਦੂਸਰਾ ਪ੍ਰਸ਼ਨ, ਰਜ਼ੀਆ ਸੁਲਤਾਨ ਦਾ ਸ਼ਾਸਨ ਕਾਲ ਕਦੋਂ ਤੋਂ ਕਦੋਂ ਤੱਕ ਸੀ? 1236 ਈਸਵੀ ਤੋਂ 1240 ਈਸਵੀ ਤੱਕ। ਤੀਸਰਾ ਪ੍ਰਸ਼ਨ, ਅਮੀਰ ਅਤੇ ਫੌਜੀ ਅਧਿਕਾਰੀ ਰਜ਼ੀਆ ਸੁਲਤਾਨ ਦੇ ਵਿਰੁੱਧ ਕਿਉਂ ਸਨ? ਉੱਤਰ, ਕਿਉਂਕਿ ਉਹ ਇੱਕ ਔਰਤ ਦੇ ਅਧੀਨ ਨਹੀਂ ਰਹਿਣਾ ਚਾਹੁੰਦੇ ਸਨ। ਨੰਬਰ 4, ਰਜ਼ੀਆ ਸੁਲਤਾਨ ਦੀ ਮੌਤ ਕਦੋਂ ਹੋਈ? 1240 ਈਸਵੀ ਵਿੱਚ। ਨੰਬਰ 5, ਰਜ਼ੀਆ ਸੁਲਤਾਨ ਨੂੰ ਕਿਸ ਨੇ ਮਰਵਾਇਆ? ਉੱਤਰ, ਉਸ ਦੇ ਦਰਬਾਰ ਦੇ ਅਮੀਰਾਂ ਅਤੇ ਫੌਜੀ ਅਧਿਕਾਰੀਆਂ ਨੇ। ਸਹੀ ਜਾਂ ਗਲਤ ਦੱਸੋ। ਪਹਿਲਾ, ਰਜ਼ੀਆ ਸੁਲਤਾਨ ਕੁਤਬੁੱਦੀਨ ਐਬਕ ਦੀ ਪੁੱਤਰੀ ਸੀ। ਹਾਂਜੀ, ਠੀਕ ਹੈ ਜਾਂ ਗਲਤ ਹੈ? ਗਲਤ ਹੈ, ਉਹ ਇਲਤੁਤਮਿਸ਼ ਦੀ ਪੁੱਤਰੀ ਸੀ। ਦੂਸਰਾ, ਸਾਰੇ ਅਮੀਰ ਅਤੇ ਫੌਜੀ ਅਧਿਕਾਰੀ ਰਜ਼ੀਆ ਸੁਲਤਾਨ ਦਾ ਬਹੁਤ ਸਤਿਕਾਰ ਕਰਦੇ ਸਨ। ਗਲਤ, ਸਗੋਂ ਤਾਂ ਉਹਦਾ ਵਿਰੋਧ ਕਰਦੇ ਸਨ। ਤੀਸਰਾ, ਰਜ਼ੀਆ ਸੁਲਤਾਨ ਨੇ 1236 ਤੋਂ 1240 ਈਸਵੀ ਤੱਕ ਰਾਜ ਕੀਤਾ। ਸਹੀ।
ਨੰਬਰ 4 ਰਜ਼ੀਆ ਸੁਲਤਾਨ ਦੀ ਮੌਤ 1241 ਈਸਵੀ ਵਿੱਚ ਹੋਈ। ਗਲਤ, ਉਹਦੀ ਮੌਤ 1240 ਵਿੱਚ ਹੋਈ ਸੀ। ਨੰਬਰ 5 ਰਜ਼ੀਆ ਸੁਲਤਾਨ ਦੀ ਹੱਤਿਆ ਦਾ ਕਾਰਨ ਉਸ ਸਮੇਂ ਦੀ ਮਰਦ ਪ੍ਰਧਾਨ ਸੋਚ ਸੀ, ਕਿਉਂਕਿ ਉਸ ਦੇ ਦਰਬਾਰ ਦੇ ਅਮੀਰ ਅਤੇ ਫੌਜੀ ਅਧਿਕਾਰੀ ਇੱਕ ਔਰਤ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ ਸਨ। ਹਾਂਜੀ, ਠੀਕ ਹੈ ਜਾਂ ਗਲਤ ਹੈ? ਸਹੀ ਹੈ। ਹੁਣ ਆਪਾਂ ਅੱਗੇ ਵਧਦੇ ਹਾਂ। ਗਿਆਸੁਦੀਨ ਬਲਬਨ, ਜੋ ਕਿ ਦਾਸ ਵੰਸ਼ ਦਾ ਆਖਰੀ ਬਾਦਸ਼ਾਹ ਸੀ। ਤਾਂ ਰਜ਼ੀਆ ਸੁਲਤਾਨ ਤੋਂ ਬਾਅਦ 3-4 ਕਮਜ਼ੋਰ ਸ਼ਾਸਕਾਂ ਤੋਂ ਬਾਅਦ ਗਿਆਸੁਦੀਨ ਬਲਬਨ ਇੱਕ ਐਸਾ ਸ਼ਾਸਕ ਆਉਂਦਾ ਹੈ ਜਿਸ ਨੇ 1266 ਈਸਵੀ ਵਿੱਚ ਸੁਲਤਾਨ ਘੋਸ਼ਿਤ ਕੀਤਾ ਸੀ ਆਪਣੇ ਆਪ ਨੂੰ। ਉਹ ਦਿੱਲੀ ਸਲਤਨਤ ਦਾ ਇੱਕ ਮਹਾਨ ਸ਼ਾਸਕ ਹੋਇਆ ਹੈ। ਉਸਨੇ ਦਿੱਲੀ ਦੇ ਨੇੜੇ ਮੈਵਾਤੀਆਂ ਦੁਆਰਾ ਫੈਲਾਈ ਹੋਈ ਅਸ਼ਾਂਤੀ ਅਤੇ ਦੁਆਬੇ ਦੇ ਲੁਟੇਰਿਆਂ 'ਤੇ ਕਾਬੂ ਪਾਇਆ। ਉਸਨੇ ਬੰਗਾਲ ਵਿੱਚ ਤੁਗਰਿਲ ਦੇ ਵਿਦਰੋਹ ਨੂੰ ਵੀ ਕੁਚਲਿਆ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ। ਉਸਨੇ ਫੌਜ ਦਾ ਪੁਨਰਗਠਨ ਕੀਤਾ। ਇਸ ਤੋਂ ਇਲਾਵਾ ਉਹਨੇ ਮੰਗੋਲ ਹਮਲਿਆਂ ਤੋਂ ਦੇਸ਼ ਦੀ ਰੱਖਿਆ ਦੇ ਲਈ ਲਹੂ ਅਤੇ ਲੋਹੇ ਦੀ ਨੀਤੀ ਵੀ ਅਪਣਾਈ, ਜਿਸ ਦੇ ਤਹਿਤ ਉਸਨੇ ਉੱਤਰ ਪੱਛਮੀ ਸੀਮਾਵਰਤੀ ਪ੍ਰਾਂਤਾਂ ਵਿੱਚ ਵਿਸ਼ੇਸ਼ ਸੈਨਾ ਤੈਨਾਤ ਕੀਤੀ। ਇਸ ਤੋਂ ਇਲਾਵਾ ਉਹਨੇ ਸ਼ਾਸਨ ਪ੍ਰਬੰਧ ਵਿੱਚ ਵੀ ਬਹੁਤ ਸੁਧਾਰ ਲੈ ਕੇ ਆਂਦੇ ਅਤੇ ਨਿਆਂ ਪ੍ਰਣਾਲੀ ਨੂੰ ਵੀ ਸੁਧਾਰਿਆ। ਗਿਆਸੁਦੀਨ ਬਲਬਨ ਦੀ ਮੌਤ 1286 ਈਸਵੀ ਵਿੱਚ ਹੋਈ ਔਰ ਉਸ ਦੀ ਮੌਤ ਤੋਂ ਬਾਅਦ ਉਸ ਦੇ ਉੱਤਰਾਧਿਕਾਰੀ ਬਹੁਤ ਕਮਜ਼ੋਰ ਤੇ ਅਯੋਗ ਹੋਣ ਕਰਕੇ ਜਲਾਲੁਦੀਨ ਖਿਲਜੀ ਨੇ ਦਿੱਲੀ ਉੱਪਰ ਕਬਜ਼ਾ ਕਰ ਲਿਆ ਤੇ ਇਹਦੇ ਨਾਲ ਹੀ ਦਾਸ ਵੰਸ਼ ਦਾ ਅੰਤ ਹੋ ਗਿਆ। ਹੁਣ ਆਪਾਂ ਟੈਸਟ ਕਰ ਲਈਏ। ਪਹਿਲਾਂ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾ ਪ੍ਰਸ਼ਨ ਹੈ, ਗਿਆਸੁਦੀਨ ਬਲਬਨ ਨੇ ਕਿਸ ਦੀ ਮੌਤ ਤੋਂ ਬਾਅਦ ਸੁਲਤਾਨ ਦੀ ਪਦਵੀ 'ਤੇ ਕਬਜ਼ਾ ਕੀਤਾ? ਨਸੀਰੁਦੀਨ ਦੀ ਮੌਤ ਤੋਂ ਬਾਅਦ। ਦੂਸਰਾ, ਗਿਆਸੁਦੀਨ ਬਲਬਨ ਨੇ ਬੰਗਾਲ ਵਿੱਚ ਕਿਸ ਵਿਦਰੋਹ ਨੂੰ ਕੁਚਲਿਆ? ਉੱਤਰ, ਤੁਗਰਿਲ ਦੇ ਵਿਦਰੋਹ ਨੂੰ। ਤੀਸਰਾ, ਲਹੂ ਅਤੇ ਲੋਹੇ ਦੀ ਨੀਤੀ ਕਿਸ ਦੇ ਵਿਰੁੱਧ ਅਪਣਾਈ ਗਈ? ਲਹੂ ਅਤੇ ਲੋਹੇ ਦੀ ਨੀਤੀ ਮੰਗੋਲਾਂ ਦੇ ਵਿਰੁੱਧ। ਨੰਬਰ 4, ਗਿਆਸੁਦੀਨ ਬਲਬਨ ਦੀ ਮੌਤ ਕਦੋਂ ਹੋਈ? ਉੱਤਰ 1286 ਈਸਵੀ ਵਿੱਚ। ਪੰਜਵਾਂ ਪ੍ਰਸ਼ਨ, ਗਿਆਸੁਦੀਨ ਬਲਬਨ ਦਾ ਸ਼ਾਸਨ ਕਾਲ ਕਦੋਂ ਤੋਂ ਕਦੋਂ ਤੱਕ ਸੀ? 1266 ਈਸਵੀ ਤੋਂ 1286 ਈਸਵੀ ਤੱਕ, ਲਗਭਗ 20 ਸਾਲ। ਅਗਲੀ ਐਕਸਰਸਾਈਜ਼ ਹੈ ਖਾਲੀ ਥਾਵਾਂ ਭਰੋ। ਨੰਬਰ 1, ਗਿਆਸੁਦੀਨ ਬਲਬਨ ਨੇ ਡੈਸ਼ ਦੀ ਮੌਤ ਤੋਂ ਬਾਅਦ ਸੁਲਤਾਨ ਦੀ ਪਦਵੀ 'ਤੇ ਕਬਜ਼ਾ ਕੀਤਾ? ਨਸੀਰ-ਉਦੀਨ ਦੀ ਮੌਤ ਤੋਂ ਬਾਅਦ। ਦੂਸਰਾ, ਗਿਆਸੁਦੀਨ ਬਲਬਨ ਦਾ ਸ਼ਾਸਨ ਕਾਲ ਡੈਸ਼ ਈਸਵੀ ਤੋਂ ਡੈਸ਼ ਈਸਵੀ ਤੱਕ ਸੀ? 1266 ਈਸਵੀ ਤੋਂ 1286 ਈਸਵੀ ਤੱਕ ਸੀ। ਤੀਸਰਾ, ਗਿਆਸੁਦੀਨ ਬਲਬਨ ਨੇ ਮੰਗੋਲਾਂ 'ਤੇ ਕਾਬੂ ਪਾਉਣ ਲਈ ਡੈਸ਼ ਅਤੇ ਡੈਸ਼ ਦੀ ਨੀਤੀ ਅਪਣਾਈ? ਲਹੂ ਅਤੇ ਲੋਹੇ ਦੀ ਨੀਤੀ। ਨੰਬਰ 4, ਗਿਆਸੁਦੀਨ ਬਲਬਨ ਨੇ ਦਿੱਲੀ ਦੇ ਨੇੜੇ ਡੈਸ਼ ਦੁਆਰਾ ਫੈਲਾਈ ਹੋਈ ਅਸ਼ਾਂਤੀ ਅਤੇ ਡੈਸ਼ ਦੇ ਲੁਟੇਰਿਆਂ 'ਤੇ ਕਾਬੂ ਪਾਇਆ? ਮੇਵਾਤੀਆਂ ਦੁਆਰਾ ਫੈਲਾਈ ਹੋਈ ਅਸ਼ਾਂਤੀ ਅਤੇ ਦੁਆਬੇ ਦੇ ਲੁਟੇਰਿਆਂ 'ਤੇ ਕਾਬੂ ਪਾਇਆ। ਨੰਬਰ 5, ਗਿਆਸੁਦੀਨ ਬਲਬਨ ਦਿੱਲੀ ਸਲਤਨਤ ਦਾ ਇੱਕ ਮਹਾਨ ਪਰੰਤੂ ਡੈਸ਼ ਸ਼ਾਸਕ ਸੀ? ਮਹਾਨ ਸ਼ਾਸਕ ਸੀ ਪਰੰਤੂ ਆਖਰੀ ਸ਼ਾਸਕ ਸੀ। ਤਾਂ ਬੱਚਿਓ, ਇਹ ਸੀ ਦਿੱਲੀ ਸਲਤਨਤ। ਅੱਜ ਆਪਾਂ ਇਸ ਪਾਠ ਦਾ ਪਹਿਲਾ ਭਾਗ ਸਾਂਝਾ ਕੀਤਾ ਹੈ, ਜਿਹਦੇ ਵਿੱਚ ਤੁਸੀਂ ਪੜ੍ਹਿਆ ਕਿ ਦਿੱਲੀ ਸਲਤਨਤ ਕੀ ਸੀ। ਦਿੱਲੀ ਸਲਤਨਤ ਦੇ ਉੱਪਰ 5 ਵੱਖਰੇ ਵੱਖਰੇ ਵੰਸ਼ਾਂ ਨੇ ਰਾਜ ਕੀਤਾ, ਜਿਹੜੇ ਕਿ ਗੁਲਾਮ ਸਨ। ਦਾਸ ਵੰਸ਼, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼ ਅਤੇ ਲੋਧੀ ਵੰਸ਼। ਉਸ ਤੋਂ ਬਾਅਦ ਆਪਾਂ ਇਹ ਜਾਣਿਆ ਕਿ ਦਿੱਲੀ ਸਲਤਨਤ ਦੇ ਬਾਰੇ ਇਤਿਹਾਸਿਕ ਸਰੋਤ ਕਿਹੜੇ ਕਿਹੜੇ ਹਨ। ਉਸ ਤੋਂ ਬਾਅਦ ਆਪਾਂ ਦਾਸ ਵੰਸ਼ ਦੇ ਬਾਰੇ ਜਾਣਕਾਰੀ ਲਈ ਹੈ, ਜਿਹਦੇ ਵਿੱਚ ਦਾਸ ਵੰਸ਼ ਦੇ 4 ਸ਼ਾਸਕਾਂ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੈ। ਪਹਿਲਾ ਸੀ ਕੁਤੁਬਉਦੀਨ ਐਬਕ, ਉਸ ਤੋਂ ਬਾਅਦ ਇਲਤੁਤਮਿਸ਼, ਉਸ ਤੋਂ ਬਾਅਦ ਰਜ਼ੀਆ ਸੁਲਤਾਨ ਅਤੇ ਆਖਿਰ ਦੇ ਵਿੱਚ ਗਿਆਸੁਦੀਨ ਬਲਬਨ। ਸੋ ਬੱਚਿਓ, ਇਹ ਸੀ ਅੱਜ ਦਾ ਪਾਠ, ਦਿੱਲੀ ਸਲਤਨਤ ਭਾਗ ਪਹਿਲਾ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਦੇ ਮਹੱਤਵਪੂਰਨ ਨੁਕਤੇ ਆਪਣੀਆਂ ਕਾਪੀਆਂ ਵਿੱਚ ਨੋਟ ਕਰ ਲਏ ਹੋਣਗੇ। ਤਾਂ ਹੁਣ ਆਪਾਂ ਇਸ ਦੇ ਦੂਸਰੇ ਭਾਗ ਲਈ ਅਗਲੇ ਪ੍ਰੋਗਰਾਮ ਵਿੱਚ ਮਿਲਾਂਗੇ।
ਉਸ ਸਮੇਂ ਤੱਕ ਅਲਵਿਦਾ, ਤੁਹਾਡਾ ਦਿਨ ਸ਼ੁਭ ਰਵੇ।